सत श्री अकाल प्यारे बच्चों, अज असीं करांगे ग्रैमर दा टॉपिक है जो कि है अखर बोध ऑर्टोग्राफी। प्यारे बच्चों, असी हर रोज़ मूँह विचों तरह तरह दी आवाज़ां कढ़दे रहिंदे हां। ये आवाज़ां असी वर्ण जां अखरां दे रूप विच कढ़दे हां। वर्ण जां अखर मूँह विचों निकली छोटी तो छोटी धुनी हुंदी है, जिवें घग्गा रारा की बन गया घर, कक्का मम्मा, लल्ला कमल, आड़ा दद्दा रारा कक्का अदरक। अखर जां वर्ण दी परिभाषा। किसी भी भाषा दीआं धुनियां नूं लिखती रूप देण लई कुਝ चिन्हां ਦੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ चिन्हां ਨੂੰ ਅੱਖਰ ਜਾਂ ਵਰਨ ਆਖਦੇ ਹਨ। ਜੋ ਭਾਸ਼ਾ ਹੈ, ਕਿਸੇ ਵੀ ਭਾਸ਼ਾ ਦੀ ਜੋ ਧੁਨੀਆਂ ਹਨ, ਉਸ ਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਅੱਖਰ ਜਾਂ ਵਰਨ ਕਿਹਾ ਜਾਂਦਾ ਹੈ। ਅੱਗੇ ਹੈ ਪੰਜਾਬੀ ਵਿੱਚ। ਪੰਜਾਬੀ ਨੂੰ ਲਿਖਣ ਲਈ ਜਿਹੜੀ ਲਿਪੀ ਬਣਾਈ ਗਈ ਹੈ, ਉਸ ਜਾਂ ਜੋ ਵਰਨਮਾਲਾ ਤਿਆਰ ਕੀਤੀ ਗਈ ਹੈ, ਉਸ ਵਿੱਚ ਕੁੱਲ 41 ਅੱਖਰ ਹਨ। ਜੋ ਸਾਡੀ ਵਰਨਮਾਲਾ ਹੈ ਪੰਜਾਬੀ ਦੀ, ਜਾਂ ਜੋ ਲਿਪੀ ਤਿਆਰ ਕੀਤੀ ਗਈ ਹੈ, ਉਸ ਦੇ ਵਿੱਚ 41 ਅੱਖਰ ਹਨ। ਅੱਖਰਾਂ ਦੀ ਆਪਣੀ ਹੋਂਦ ਹੈ। ਪੰਜਾਬੀ ਵਿੱਚ ਕੋਈ ਵੀ ਸ਼ਬਦ ਅਜਿਹਾ ਨਹੀਂ ਜਿਸ ਲਈ ਉਸ ਦੀ ਵਰਨਮਾਲਾ ਵਿੱਚ ਅੱਖਰ ਨਾ ਹੋਵੇ। ਵੀ ਪੰਜਾਬੀ ਵਿੱਚ ਇਹੋ ਜਿਹਾ ਕੋਈ ਵੀ ਸ਼ਬਦ ਨਹੀਂ ਜਿਸ ਵਿੱਚ ਉਸ ਦੀ ਵਰਨਮਾਲਾ ਵਿੱਚ ਅੱਖਰ ਨਾ ਹੋਵੇ। ਉਸ ਤੋਂ ਬਾਅਦ ਲਿਪੀ। ਲਿਪੀ ਕੀ ਚੀਜ਼ ਹੈ? ਭਾਸ਼ਾ ਦੇ ਲਿਖਤੀ ਰੂਪ ਨੂੰ ਲਿਪੀ ਕਹਿੰਦੇ ਹਨ। ਕੋਈ ਵੀ ਭਾਸ਼ਾ ਉਦੋਂ ਤੱਕ ਜਿਉਂਦੀ ਨਹੀਂ ਰਹਿ ਸਕਦੀ ਜਦ ਤੱਕ ਉਸ ਨੂੰ ਲਿਖਤੀ ਜਾਮਾ ਨਾ ਪਹਿਨਾਇਆ ਜਾਵੇ, ਵੀ ਜਦ ਤੱਕ ਉਸ ਨੂੰ ਲਿਖਤੀ ਰੂਪ ਵਿੱਚ ਨਾ ਲਿਖਿਆ ਜਾਵੇ। ਹਰੇਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਹੇਠਾਂ ਦੇਖੋ, ਜਿਵੇਂ ਕਿ ਪੰਜਾਬੀ ਦੀ ਲਿਪੀ ਹੈ ਗੁਰਮੁਖੀ, ਹਿੰਦੀ ਦੀ ਹੈ ਦੇਵਨਾਗਰੀ, ਅੰਗਰੇਜ਼ੀ ਦੀ ਹੈ ਰੋਮਨ ਅਤੇ ਉਰਦੂ ਦੀ ਹੈ ਫਾਰਸੀ। ਐਵੇਂ ਹੀ ਹਰੇਕ ਭਾਸ਼ਾ ਦੀ ਆਪਣੀ ਇੱਕ ਲਿਪੀ ਹੁੰਦੀ ਹੈ। ਉਸ ਤੋਂ ਬਾਅਦ ਬੇਟਾ ਗੁਰਮੁਖੀ ਲਿਪੀ ਹੈ। ਅਸੀਂ ਪੰਜਾਬੀ ਲਿਪੀ ਬਾਰੇ ਗੱਲ ਕਰਾਂਗੇ। ਪੰਜਾਬੀ ਭਾਸ਼ਾ ਵਿੱਚ ਗੁਰਮੁਖੀ ਲਿਪੀ ਬਿਲਕੁਲ ਢੁਕਵੀਂ ਲਿਪੀ ਹੈ। ਇਸ ਦੇ 41 ਅੱਖਰ ਜਾਂ ਵਰਨ ਹਨ। 10 ਲਗਾਂ ਹਨ, 3 ਲਗਾਖਰ ਹਨ। ਇਸ ਦੇ 41 ਅੱਖਰਾਂ ਨੂੰ 8 ਵਰਗਾਂ ਵਿੱਚ ਵੰਡਿਆ ਗਿਆ ਹੈ। ਜਦੋਂ ਇਸ ਦੇ ਅੱਖਰਾਂ ਨੂੰ ਇੱਕ ਨਿਸ਼ਚਿਤ ਤਰਤੀਬ ਦੇ ਕੇ ਲਿਖਿਆ ਜਾਂਦਾ ਹੈ ਤਾਂ ਉਹ ਵਰਨਮਾਲਾ ਬਣ ਜਾਂਦੀ ਹੈ। ਗੁਰਮੁਖੀ ਲਿਪੀ ਦੀ ਵਰਨਮਾਲਾ। ਗੁਰਮੁਖੀ ਲਿਪੀ ਦੀ ਵਰਨਮਾਲਾ ਵਿੱਚ ਬੇਟਾ 8, ਹੁਣੀ ਆਪਾਂ ਪੜ੍ਹਿਆ ਗਾ ਕਿ 8 ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਮੁੱਖ ਵਰਗ, ਊੜਾ ਐੜਾ ਈੜੀ ਸੱਸਾ ਹਾਹਾ। ਉਸ ਤੋਂ ਬਾਅਦ ਹੈ ਦੂਜਾ ਕਵਰਗ, ਕੱਕਾ ਖੱਖਾ ਗੱਗਾ ਘੱਗਾ ਯਈਆਂ। ਚਵਰਗ ਚੱਚਾ ਛੱਛਾ ਜੱਜਾ ਝੱਝਾ ਯਈਆਂ। ਉਸ ਤੋਂ ਬਾਅਦ ਹੈ ਬੇਟਾ ਟ ਵਰਗ। ਟ ਵਰਗ ਵਿੱਚ ਆਏਗਾ, ਫੋਰਥ 'ਤੇ ਹੈ ਟ ਵਰਗ, ਟੈਕਾ ਠੱਠਾ ਡੱਡਾ ਢੱਡਾ ਨਾਣਾ। ਤ ਵਰਗ ਵਿੱਚ ਤੱਤਾ ਥੱਥਾ ਦੱਦਾ ਧੱਦਾ ਨੰਨਾ। ਪ ਵਰਗ ਵਿੱਚ ਪੱਪਾ ਫੱਫਾ ਬੱਬਾ ਭੱਬਾ ਮੰਮਾ। ਅਤੇ ਅੰਤਮ ਵਰਗ ਯਈਆ ਰਾਰਾ ਲੱਲਾ ਵਾਵਾ ਅਤੇ ਰਾੜਾ। ਅਤੇ ਇੱਕ ਹੈ ਇਹ 8ਵਾਂ ਜੋ ਹੈ ਸਾਡਾ ਨਵੀਨ ਵਰਗ, ਜੋ ਕਿ ਉਰਦੂ ਫਾਰਸੀ ਤੋਂ ਆਇਆ ਹੋਇਆ ਹੈ। ਜਿਵੇਂ ਸੱਸੇ ਪੈਰ ਬਿੰਦੀ ਸ਼ ਬੋਲੋ, ਖੱਖੇ ਪੈਰ ਬਿੰਦੀ ਖ, ਗੱਗੇ ਪੈਰ ਬਿੰਦੀ ਗ, ਜੱਜੇ ਪੈਰ ਬਿੰਦੀ ਜ, ਫੱਫੇ ਪੈਰ ਬਿੰਦੀ ਫ ਅਤੇ ਲੱਲੇ ਪੈਰ ਬਿੰਦੀ ਲ। ਅੱਖਰਾਂ ਦੀਆਂ ਕਿਸਮਾਂ। ਅੱਖਰ ਜਾਂ ਵਰਨ 2 ਪ੍ਰਕਾਰ ਦੇ ਹਨ, ਸਵਰ ਅਤੇ ਵਿਅੰਜਨ। ਸਵਰ ਕੀ ਹੁੰਦੇ ਹਨ? ਜਿਹੜੇ ਅੱਖਰ ਹੋਰ ਕਿਸੇ ਸਵਰ ਦੀ ਸਹਾਇਤਾ ਤੋਂ ਬਿਨਾਂ ਹੀ ਬੋਲੇ ਜਾ ਸਕਣ, ਜਾਂ ਜਿਨ੍ਹਾਂ ਅੱਖਰਾਂ ਨੂੰ ਬੋਲਣ ਵੇਲੇ ਸਾਹ ਬਿਨਾਂ ਰੁਕੇ ਨਿਕਲ ਜਾਵੇ, ਉਹ ਅੱਖਰ ਸਵਰ ਅੱਖਰ ਅਖਵਾਉਂਦੇ ਹਨ। ਇਹ 3 ਹਨ। ਪੰਜਾਬੀ ਵਿੱਚ ਸਵਰ ਅੱਖਰ 3 ਹਨ, ਊੜਾ ਐੜਾ ਅਤੇ ਈੜੀ। ਉਸ ਤੋਂ ਬਾਅਦ ਹੈ ਬੇਟਾ ਸਵਰ 3 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਸਵਰ ਦੀਆਂ ਕਿਸਮਾਂ ਦਿੱਤੀਆਂ ਹੁਣ ਨੀਚੇ। ਸਵਰ ਦੀਆਂ ਕਿਸਮਾਂ ਦਿੱਤੀਆਂ ਹਨ ਮੂਲ ਸਵਰ, ਦੀਰਘ ਸਵਰ ਅਤੇ ਪਲੂਤ ਸਵਰ। ਮੂਲ ਸਵਰ ਕਿਹੜੇ ਹੁੰਦੇ ਹਨ? ਮੂਲ ਸਵਰ ਉਸ ਸਵਰ ਨੂੰ ਆਖਿਆ ਜਾਂਦਾ ਹੈ ਜਿਸ ਦੇ ਉਚਾਰਨ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ। ਗੁਰਮੁਖੀ ਵਿੱਚ ਇਹ 3 ਹਨ। ਕਿਹੜੇ ਕਿਹੜੇ ਹਨ? ਪਹਿਲਾ ਹੈ ਮੁਕਤਾ, ਜਿਸ ਨੂੰ ਕੋਈ ਚਿੰਨ੍ਹ ਨਹੀਂ। ਦੂਜਾ ਹੈ ਸਿਹਾਰੀ ਅਤੇ ਤੀਜਾ ਹੈ ਔਂਕੜ। ਅਤੇ ਦੀਰਘ ਸਵਰ। ਦੀਰਘ ਸਵਰ ਉਹਨਾਂ ਸਵਰਾਂ ਨੂੰ ਆਖਦੇ ਹਨ ਜਿਨ੍ਹਾਂ ਦੇ ਉਚਾਰਨ ਵਿੱਚ ਮੂਲ ਸਵਰਾਂ ਨਾਲੋਂ ਲਗਭਗ 2 ਗੁਣਾ ਸਮਾਂ ਲੱਗਦਾ ਹੋਵੇ। ਗੁਰਮੁਖੀ ਵਿੱਚ 7 ਦੀਰਘ ਸਵਰ ਹਨ, ਜਿਵੇਂ ਕਿ ਕੰਨਾ, ਬਿਹਾਰੀ, ਦੁਲੈਂਕੜ, ਲਾ, ਦੁਲਾਵਾਂ,
ਹੋੜਾ ਅਤੇ ਕਨੋੜਾ। ਪਲੂਤ ਸਵਰ ਕਿਹੜੇ ਹਨ? ਉਹਨਾਂ ਸਵਰਾਂ ਨੂੰ ਆਖਦੇ ਹਨ ਜਿਨ੍ਹਾਂ ਦਾ ਉਚਾਰਨ ਮੂਲ ਸਵਰਾਂ ਨਾਲੋਂ 3 ਗੁਣਾ ਜ਼ਿਆਦਾ ਆਵਾਜ਼ ਨਾਲ ਕੀਤਾ ਜਾਂਦਾ ਹੈ। ਆਮ ਤੌਰ 'ਤੇ ਇਸ ਸਵਰ ਦਾ ਉਚਾਰਨ ਕਿਸੇ ਵਿਅਕਤੀ ਨੂੰ ਦੂਰੋਂ ਆਵਾਜ਼ ਮਾਰਨ ਲਈ ਕੀਤਾ ਜਾਂਦਾ ਹੈ, ਜਿਵੇਂ ਓਏ ਮੋਇਨੀ, ਓ ਬੰਤਿਆ ਆਦਿ। ਵਿਅੰਜਨ ਬੇਟਾ, ਹੁਣ ਅੱਗੇ ਵਿਅੰਜਨ ਕੀ ਹਨ? ਪਹਿਲਾਂ ਸਵਰ ਪੜ੍ਹਿਆ ਸੀ, ਹੁਣ ਵਿਅੰਜਨ। ਜਿਹੜੇ ਅੱਖਰ ਹੋਰ ਕਿਸੇ ਵਿਅੰਜਨ ਦੀ ਸਹਾਇਤਾ ਤੋਂ ਬਿਨਾਂ ਨਾ ਬੋਲੇ ਜਾ ਸਕਣ ਜਾਂ ਜਿਨ੍ਹਾਂ ਨੂੰ ਬੋਲਣ ਵੇਲੇ ਸਾਹ ਕੁਝ ਦੇਰ ਰੁਕ ਜਾਵੇ ਅਤੇ ਜ਼ੁਬਾਨ ਦੰਦਾਂ ਦੇ ਅੰਦਰਲੇ ਹਿੱਸੇ ਨੂੰ ਟਕਰਾ ਜਾਵੇ, ਉਹ ਅੱਖਰ ਵਿਅੰਜਨ ਅਖਵਾਉਂਦੇ ਹਨ। ਸੱਸਾ ਤੋਂ ਰਾੜਾ ਤੱਕ ਸਾਰੇ ਅੱਖਰ ਵਿਅੰਜਨ ਅਖਵਾਉਂਦੇ ਹਨ। ਵਿਅੰਜਨ ਅੱਖਰਾਂ ਦੀਆਂ ਕੁਝ ਕਿਸਮਾਂ। ਸੌਰੀ ਬੇਟਾ। ਵਿਅੰਜਨ ਅੱਖਰ ਅੱਗੋਂ 2 ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਅਨੁਨਾਸਿਕ ਅੱਖਰ, ਦੂਸਰਾ ਹੈ ਦੁੱਤ ਅੱਖਰ। ਅਨੁਨਾਸਿਕ ਅੱਖਰ ਜਿਨ੍ਹਾਂ ਅੱਖਰਾਂ ਨੂੰ ਬੋਲਣ ਵੇਲੇ ਆਵਾਜ਼ ਨੱਕ ਰਾਹੀਂ ਨਿਕਲੇ, ਅਨੁਨਾਸਿਕ ਅੱਖਰ ਅਖਵਾਉਂਦੇ ਹਨ। ਪੰਜਾਬੀ ਵਿੱਚ 5 ਅਨੁਨਾਸਿਕ ਅੱਖਰ ਹਨ ਜਿਨ੍ਹਾਂ ਨੂੰ ਬੋਲਦੇ ਸਮੇਂ ਆਵਾਜ਼ ਜੋ ਹੈ ਸਾਡੇ ਨੱਕ ਵਿੱਚੋਂ ਨਿਕਲੇ। ਇਹ ਹਨ ਅਈਆਂ, ਯਈਆਂ, ਨਾਣਾ, ਨੱਨਾ ਅਤੇ ਮੰਮਾ। ਦੁੱਤ ਅੱਖਰ ਜਿਨ੍ਹਾਂ ਅੱਖਰਾਂ ਦੀ ਰਚਨਾ 'ਚ 2 ਅੱਖਰਾਂ ਦੇ ਮੇਲ ਤੋਂ ਹੋਵੇ, ਜਿਨ੍ਹਾਂ ਅੱਖਰਾਂ ਦੀ ਰਚਨਾ 2 ਅੱਖਰਾਂ ਦੇ ਮੇਲ ਤੋਂ ਹੋਵੇ, ਉਹਨਾਂ ਨੂੰ ਦੁੱਤ ਅੱਖਰ ਆਖਿਆ ਜਾਂਦਾ ਹੈ। ਇਸ ਰਚਨਾ ਵਿੱਚ ਇੱਕ ਅੱਖਰ ਪੂਰਾ ਅਤੇ ਦੂਜਾ ਅੱਖਰ ਅੱਧੇ ਰੂਪ ਵਿੱਚ ਪਹਿਲੇ ਅੱਖਰ ਦੇ ਪੈਰ ਵਿੱਚ ਪਾਇਆ ਜਾਂਦਾ ਹੈ। ਇਹ ਦੋਵੇਂ ਅੱਖਰ ਮਿਲ ਕੇ ਇੱਕੋ ਆਵਾਜ਼ ਪੈਦਾ ਕਰਦੇ ਹਨ, ਜਿਵੇਂ ਉਹਨਾਂ ਵਿੱਚ ਨ ਦੇ ਪੈਰੀਂ ਹਾਹਾ, ਸਵੈ ਵਿਸ਼ਵਾਸ ਵਿੱਚ ਸੱਸੇ ਦੇ ਪੈਰੀਂ ਵਾਵਾ ਅਤੇ ਪ੍ਰਸੰਗ ਵਿੱਚ ਪੱਪੇ ਦੇ ਪੈਰੇ ਵਿੱਚ ਰਾਰਾ ਪਾਇਆ ਗਿਆ ਹੈ। ਇਸ ਤਰ੍ਹਾਂ ਪੰਜਾਬੀ ਵਿੱਚ ਹਾਹਾ, ਵਾਵਾ ਅਤੇ ਰਾਰਾ 3 ਅੱਖਰ ਹਨ ਜੋ ਦੂਜੇ ਅੱਖਰਾਂ ਦੇ ਪੈਰਾਂ ਵਿੱਚ ਵਰਤੇ ਜਾਂਦੇ ਹਨ। ਦੁੱਤ ਅੱਖਰਾਂ ਨਾਲ ਬਣੇ ਹੋਰ ਸ਼ਬਦ ਵੇਖੋ, ਜਿਵੇਂ ਇਹ ਦੁੱਤ ਅੱਖਰ ਹਨ ਹਾਹਾ, ਰਾਰਾ ਅਤੇ ਵਾਵਾ। ਇਹ ਉਚਾਰਨ ਇਹ ਚਿੰਨ੍ਹ ਹਨ ਇਹਨਾਂ ਦੇ, ਅਤੇ ਇਹ ਹੈ ਜਿਵੇਂ ਪੜ੍ਹ, ਹੜ੍ਹ, ਜੜ੍ਹ, ਪ੍ਰੇਮ, ਪ੍ਰਕਾਸ਼, ਸ਼੍ਰੀਮਾਨ ਅਤੇ ਸਵੈਮਾਨ ਅਤੇ ਸੰਜੀਵਨੀ, ਸੰਚਾਲਕ। ਇਹ ਸੀ ਸਾਡਾ ਟੌਪਿਕ।